ਸਤਨਾਮ ਸ੍ਰੀ ਵਾਹਿਗੁਰੂ ਜੀ। ਸ੍ਰੀ ਨਾਨਕ ਅੰਗਦ ਗੁਰ ਅਮਰਦਾਸ ਪਦ ਬੰਦ। ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ। ਹਰ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਦਦ ਬੰਦੋ ਕਰ ਅਨਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਜੀ ਦੋਹਰਾ। ਤਉ ਮਾਰੀ ਨੇ ਫਿਰ ਕਹਿਓ ਸਭ ਹਮ ਦੇਹੁ ਬਤਾਏ। ਕੌਣ ਸਾਲ ਔ ਕੌਣ ਕਾਲ ਕੌਣ ਦੇਸ਼ ਕੌਣ ਔ ਥਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਕੀ ਸਾਜੀ ਨਵਾਜੀ ਹੋਈ ਸਾਧ ਸੰਗਤ ਜੀਓ। ਸਤਿਗੁਰਾਂ ਦੀ ਕਿਰਪਾ ਦੇ ਨਾਲ ਪਿਛਲੇ ਦਿਨਾਂ ਤੋਂ ਖਾਲਸਾ ਪੰਥ ਦਾ ਇਤਿਹਾਸ ਆਪਾਂ ਸਰਵਣ ਕਰਦੇ ਆ ਰਹੇ ਹਾਂ। ਸੋ ਜਿਸ ਤਰ੍ਹਾਂ ਆਪ ਜੀ ਨੇ ਸਰਵਣ ਕੀਤਾ ਹੈ ਕਿ ਭਾਈ ਸਾਹਿਬ ਭਾਈ ਰਤਨ ਸਿੰਘ ਜੀ ਭੰਗੂ ਅੰਗਰੇਜ਼ ਦੇ ਕੈਪਟਨ ਮਰੀ ਨੂੰ ਖਾਲਸਾ ਪੰਥ ਕਿਵੇਂ ਪ੍ਰਗਟ ਹੋਇਆ, ਕਿਵੇਂ ਇਹਨਾਂ ਰਾਜ ਭਾਗ ਲਿਆ, ਕਿੱਥੋਂ ਇਹਨਾਂ ਨੂੰ ਰਾਜ ਭਾਗ ਦੀ ਪ੍ਰਾਪਤੀ ਹੋਈ ਹੈ, ਉਹ ਸਾਰਾ ਇਤਿਹਾਸ ਸੁਣਾ ਰਹੇ ਨੇ, ਦੱਸਣ ਲੱਗੇ ਸਨ। ਤਾਂ ਭਾਈ ਸਾਹਿਬ ਭਾਈ ਰਤਨ ਸਿੰਘ ਜੀ ਕਹਿੰਦੇ ਨੇ ਅਸੀਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਤੋਂ ਲੈ ਕਰਕੇ ਸੰਖੇਪ ਮਾਤਰ ਇਤਿਹਾਸ ਦਸਾਂ ਹੀ ਪਾਤਸ਼ਾਹੀਆਂ ਦਾ ਸੁਣਾ ਕਰਕੇ ਅੱਗੇ ਕਿਵੇਂ ਪੰਥ ਨੂੰ ਰਾਜ ਭਾਗ ਦੀ ਪ੍ਰਾਪਤੀ ਹੋਈ, ਸੋ ਉਹਦੇ ਬਾਰੇ ਸਾਰਾ ਵਿਸਥਾਰ ਪੂਰਵਕ ਦੱਸਾਂਗੇ। ਸੋ ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਤੋਂ ਸ਼ੁਰੂਆਤ ਕਰਨਗੇ ਥੋੜ੍ਹੀ ਥੋੜ੍ਹੀ। ਸੋ ਵਿਸਥਾਰ ਪੂਰਵਕ ਜਿਹੜਾ ਗੁਰੂ ਨਾਨਕ ਸਾਹਿਬ ਦਾ ਇਤਿਹਾਸ ਹੈ ਉਹਨੂੰ ਨਹੀਂ ਦੱਸਣਗੇ, ਕਿਉਂਕਿ ਉਹ ਸਾਰਾ ਇਤਿਹਾਸ ਸ਼੍ਰੀ ਨਾਨਕ ਪ੍ਰਕਾਸ਼ ਗ੍ਰੰਥ ਦੇ ਵਿੱਚ ਹੈ। ਇਹ ਕੇਵਲ ਤੇ ਕੇਵਲ ਇੱਕ ਸੂਖਮ ਜਿਹਾ ਟੂਕ ਮਾਤਰ ਹੀ ਇਹ ਜਿਹੜਾ ਕੈਪਟਨ ਮਰੀ ਸੀ ਅੰਗਰੇਜ਼ ਦਾ ਉਹਦੇ ਤਾਈਂ ਦੱਸ ਰਹੇ ਨੇ ਵੀ ਖਾਲਸਾ ਪੰਥ ਦੀ ਨੀਂਹ ਕਿੱਥੇ ਹੈ, ਜੜ੍ਹ ਕਿੱਥੇ ਹੈ, ਅਸੀਂ ਸ਼ੁਰੂਆਤ ਕਿੱਥੋਂ ਹੋਏ ਹਾਂ, ਸਾਡੀ ਆਰੰਭਤਾ ਕਿੱਥੋਂ ਹੁੰਦੀ ਹੈ, ਇਹਦੇ ਬਾਰੇ ਉਹਨੂੰ ਜਾਣਕਾਰੀ ਦੇਣਗੇ। ਸੋ ਆਪਾਂ ਸਰਵਣ ਕਰੀਏ। ਪਿਛਲੇ ਦਿਨੀ ਭਾਈ ਸਾਹਿਬ ਭਾਈ ਰਤਨ ਸਿੰਘ ਜੀ ਨੇ ਦੱਸਿਆ ਸੀ ਕਿ ਜਦੋਂ 4 ਚੁਫੇਰੇ ਕਲਯੁਗ ਦਾ ਘੋਰ ਬੋਲ ਬਾਲਾ ਸੀ, ਬਹੁਤਾ ਜ਼ਿਆਦਾ ਭਿਆਨਕ ਸਮਾਂ ਸੀ, ਉਸ ਵਕਤ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨਿਰੰਕਾਰ ਸਰੂਪ ਲੈ ਕਰਕੇ ਸੰਸਾਰ ਦੇ ਜੀਵਾਂ ਦਾ ਪਾਰ ਉਤਾਰਾ ਕਰਨ ਵਾਸਤੇ ਚੱਲ ਕਰਕੇ ਆਏ ਸਨ। ਉਹਦੇ ਬਾਰੇ ਅੱਗੇ ਜ਼ਿਕਰ ਕਰਨਗੇ ਕਵੀ ਜੀ। ਆਪਾਂ ਸਰਵਣ ਕਰਨ ਦਾ ਯਤਨ ਕਰੀਏ। ਸਤਨਾਮ ਸ੍ਰੀ ਵਾਹਿਗੁਰੂ ਜੀ ਦੋਹਰਾ। ਤਉ ਮਾਰੀ ਨੇ ਫਿਰ ਕਹਿਓ ਸਭ ਹਮ ਦੇਹੁ ਬਤਾਏ। ਇਹ ਜਿਹੜਾ ਮਰੀ ਕੈਪਟਨ ਸੀ ਨਾ, ਸੋ ਉਹ ਕਹਿਣ ਲੱਗਾ ਕਿ ਜਿਵੇਂ ਫਿਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਅਵਤਾਰ ਹੋਇਆ, ਜਿਵੇਂ ਜਿਵੇਂ ਉਹਨਾਂ ਆਏ ਨੇ ਸੰਸਾਰ 'ਤੇ, ਜਿਵੇਂ ਉਹਨਾਂ ਤੁਹਾਨੂੰ ਰਾਜ ਭਾਗ ਦਿੱਤਾ, ਉਹਦੇ ਬਾਰੇ ਭਾਈ ਰਤਨ ਸਿੰਘ ਜੀ ਮੈਨੂੰ ਦੱਸਣਾ ਕਰੋ। ਤਾਂ ਸਾਰਾ ਕੁਝ ਬੜੇ ਵਿਸਥਾਰ ਦੇ ਨਾਲ ਖੋਲ੍ਹ ਕੇ ਸਾਰੀ ਵਿਥਿਆ ਮੇਰੇ ਕੋਲ ਸਾਰੀ ਸਾਖੀ ਲਿਖਾਉਣਾ ਕਰੋ। ਸੋ ਭਾਈ ਸਾਹਿਬ ਜੀ ਕੈਪਟਨ ਮਰੇ ਜੋ ਅੰਗਰੇਜ਼ ਦਾ ਕਪਤਾਨ ਹੈ ਉਹਦੇ ਨਾਲ ਇਸ ਤਰ੍ਹਾਂ ਬਚਨ ਕਰਦੇ ਹਨ
ਤੇ ਕੈਪਟਨ ਕਹਿੰਦਾ ਹੈ, ਕੌਣ ਸਾਲੋ ਕੌਣ ਕਾਲ, ਕੌਣ ਦੇਸ਼ ਕੌਣ ਔਥਾਏ। ਕਹਿਣ ਲੱਗਾ ਗੁਰੂ ਨਾਨਕ ਦੇਵ ਮਹਾਰਾਜ ਜੀ ਕਿਹੜੇ ਸਾਲ ਦੇ ਵਿੱਚ ਉਹਨਾਂ ਨੇ ਆਪਣਾ ਪ੍ਰਕਾਸ਼ ਧਾਰਨ ਕੀਤਾ, ਕਿਹੜਾ ਉਹ ਸਮਾਂ ਸੀ, ਕਿਹੜਾ ਉਹ ਦੇਸ਼ ਸੀ, ਕਿਹੜੀ ਉਹ ਜਗ੍ਹਾ ਸੀ। ਰਤਨ ਸਿੰਘ ਬਾਚ ਚੌਪਈ ਸੁਣੋ ਸਾਲ ਸੁਣੋ ਅਬ ਬਿਕਰਮ ਰਾਏ। ਭਾਈ ਰਤਨ ਸਿੰਘ ਕਹਿਣ ਲੱਗੇ ਵੀ ਸਾਨੂੰ ਉਦੋਂ ਅੰਗਰੇਜ਼ੀ ਸਾਲ ਅੰਗਰੇਜ਼ੀ ਮਹੀਨਾ ਕਿਹੜਾ ਸੀ ਇਹਦੇ ਬਾਰੇ ਤਾਂ ਬਹੁਤਾ ਖਿਆਲ ਨਹੀਂ ਵੀ ਅੰਗਰੇਜ਼ੀ ਦਿਨ ਵਾਰ ਕਿਹੜਾ ਸੀ, ਪਰ ਇਹਦੇ ਬਾਰੇ ਪਤਾ ਹੈ ਕਿ ਬਿਕਰਮੀ ਜਿਹੜੀ ਸੰਮਤ ਹੈ ਉਦੋਂ 15 ਉਹਦੇ ਬਾਰੇ ਤੁਹਾਨੂੰ ਦੇਸੀ ਜਿਹੜੇ ਮਹੀਨੇ ਦਿਨ ਹਨ ਉਹ ਦੱਸ ਦਿੰਦੇ ਹਾਂ। 1526 ਥਾਂ ਕਹਿਣ ਲੱਗੇ 1526 ਸੰਮਤ ਸੀ। ਸੋ 57 ਸਾਲ ਇਹਦੇ ਵਿੱਚੋਂ ਪਿੱਛੇ 57 ਕੱਢ ਦਿਓ ਅਤੇ ਬਾਕੀ ਰਹਿ ਗਏ 1469। ਸੋ ਉਸ ਵਕਤ 1469 ਈਸਵੀ ਸੀ, ਸਾਲ ਸੀ। ਉਸ ਸਮੇਂ ਧਰਤੀ ਦੇ ਉੱਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਆਪਣਾ ਪ੍ਰਕਾਸ਼ ਧਾਰਨ ਕਰਕੇ ਕਲਯੁਗੀ ਜੀਵਾਂ ਦਾ ਉਧਾਰ ਕਰਨ ਵਾਸਤੇ, ਸੰਸਾਰ ਦੇ ਦੁੱਖਾਂ ਨੂੰ ਦੂਰ ਕਰਨ ਦੇ ਵਾਸਤੇ ਹਜ਼ੂਰ ਚੱਲ ਕਰਕੇ ਆਏ ਸਨ। ਤਲਵੰਡੀ ਬੁਲਾਰ ਭੋਏ ਰਾਏ, ਅਤੇ ਰਾਏ ਭੋਏ ਦੀ ਤਲਵੰਡੀ ਜੋ ਅੱਜ ਕੱਲ੍ਹ ਵੱਜਦੀ ਹੈ, ਉਦੋਂ ਰਾਏ ਬੁਲਾਰ ਦੀ ਤਲਵੰਡੀ ਕਿਹਾ ਜਾਂਦਾ ਸੀ। ਸੋ ਨਨਕਾਣਾ ਸਾਹਿਬ ਉੱਥੇ ਮਹਾਨ ਪਵਿੱਤਰ ਸਥਾਨ ਹੈ, ਜਿਸ ਸ਼ਹਿਰ ਨੂੰ ਅੱਜ ਨਨਕਾਣਾ ਸਾਹਿਬ ਵੀ ਕਿਹਾ ਜਾਂਦਾ ਹੈ। ਸੋ ਜਦੋਂ ਇੱਧਰੋਂ ਚੜ੍ਹਦੇ ਪੰਜਾਬ ਵਾਲੇ ਪਾਸਿਓਂ ਜਾਈਏ ਤਾਂ ਉਦੋਂ ਲਾਹੌਰ ਦੇ ਪਰਲੇ ਪਾਸੇ ਹੈ ਉਹ ਮਹਾਨ ਪਵਿੱਤਰ ਧਰਤੀ ਸ੍ਰੀ ਨਨਕਾਣਾ ਸਾਹਿਬ ਦੀ, ਜਿੱਥੇ ਪਰਮੇਸ਼ਰ ਦੀ ਜੋਤ ਨਿਰੰਕਾਰ ਦਾ ਸਰੂਪ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੰਸਾਰੀ ਜੀਵਾਂ ਦਾ ਭਲਾ ਕਰਨ ਵਾਸਤੇ ਚੱਲ ਕਰਕੇ ਆਏ ਸਨ। ਢਿੱਗ ਲਾਹੌਰ ਔ ਕਸੂਰੇ ਦਾਏ। ਅਤੇ ਭਾਈ ਸਾਹਿਬ ਭਾਈ ਰਤਨ ਸਿੰਘ ਜੀ ਕਹਿਣ ਲੱਗੇ ਵੀ ਲਾਹੌਰ ਅਤੇ ਕਸੂਰ ਇਹ ਦੋਵੇਂ ਸ਼ਹਿਰ ਰਾਏ ਭੋਏ ਦੀ ਤਲਵੰਡੀ ਨੂੰ ਸ੍ਰੀ ਨਨਕਾਣਾ ਸਾਹਿਬ ਨੂੰ ਲੱਗਦੇ ਨੇ, ਨੇੜੇ ਪੈਂਦੇ ਹਨ। ਖੱਤਰੀ ਜਾਤ ਉਸ ਬੇਦੀ ਕਹਾਏ। ਖੱਤਰੀ ਉਹਨਾਂ ਦੀ ਜਾਤ ਹੈ ਅਤੇ ਬੇਦੀ ਉਹਨਾਂ ਦੀ ਵੰਸ਼ ਹੈ। ਸੋ ਜਿਸ ਬੇਦੀ ਵੰਸ਼ ਦੇ ਵਿੱਚ ਖੱਤਰੀ ਬਰਾਦਰੀ ਦੇ ਵਿੱਚ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣਾ ਅਵਤਾਰ ਧਾਰਨ ਕੀਤਾ। ਲਿਓ ਅਵਤਾਰ ਇਸੇ ਕੁਲ ਮਾਹੇ, ਇਸ ਮਹਾਨ ਪਵਿੱਤਰ ਕੁਲ ਦੇ ਵਿੱਚ ਬੇਦੀਆਂ ਦੀ ਕੁਲ ਵਿੱਚ ਹਜ਼ੂਰ ਆ ਸੰਸਾਰ ਦਾ ਭਲਾ ਕਰਨ ਲਈ ਆਏ। ਹੁਤੀ ਕੁਲ ਵਹਿ ਅਤ ਧਰਮਕਾਰੀ, ਕਿਉਂਕਿ ਉਹ ਜਿਹੜਾ ਅੰਸ਼ ਬੰਸ਼ ਸੀ ਅੱਗੇ ਖਾਨਦਾਨ ਹੈ, ਤਾਂ ਉਹਦੇ ਬਾਰੇ ਭਾਈ ਰਤਨ ਸਿੰਘ ਜੀ ਕਹਿੰਦੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਦਾਦਾ ਜੀ, ਉਹਨਾਂ ਦੀ ਦਾਦੀ ਜੀ, ਗਾਂ ਪਰਿਵਾਰ ਕੁਲ ਇਹ ਚੰਗੇ ਗੁਣਾਂ ਵਾਲੇ ਸੀ, ਧਰਮੀ ਸਨ, ਧਰਮ ਦੀ ਕਿਰਤ ਕਰਨ ਵਾਲੇ ਸਨ। ਇਹਨਾਂ ਦੇ ਪਿਤਾ ਜੀ ਧਰਮ ਦੀ ਕਿਰਤ ਕਰਦੇ ਸਨ। ਸੋ ਮਾਲਕ ਵਾਹਿਗੁਰੂ ਪਰਮੇਸ਼ਰ ਦੀ ਇਬਾਦਤ ਕਰਨ ਵਾਲੇ ਸਨ। ਜਿਨ ਮੈਂ ਨਾਨਕ ਜਨਮ ਲਿਓ ਧਾਰੀ, ਜਿਸ ਵਿੱਚ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕਰਕੇ ਆਪਣਾ ਪਾਵਨ ਪ੍ਰਕਾਸ਼ ਧਾਰਨ ਕੀਤਾ। ਸਤਿਯੁਗ ਮੈਂ ਜੋ ਜੋਗ ਥਾਂ ਭਇਓ। ਸੋ ਸਤਿਯੁਗ ਦਾ ਅੰਤ ਹੋ ਰਿਹਾ ਹੈ। ਸੋ ਸਤਿਯੁਗ ਵੇਲੇ ਅਵਤਾਰਾਂ ਦਾ ਆਉਣਾ ਹੋਇਆ ਸੀ, ਕਿਉਂਕਿ ਯੁਗਾਂ ਦਾ ਅੰਤ ਹੁੰਦਾ ਹੈ। ਸੋ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਵੇਖਿਆ ਵੀ ਜੋ ਸ੍ਰੇਸ਼ਟ ਯੁੱਗ ਦੇ ਵਿੱਚ ਜੋ ਯੋਗ ਥਾਂ ਸੀ, ਯੋਗ ਜਗ੍ਹਾ ਸੀ, ਉਸ ਯੋਗ ਜਗ੍ਹਾ 'ਤੇ ਸਥਾਨ 'ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਆਪਣਾ ਅਵਤਾਰ ਧਾਰਨ ਕੀਤਾ। ਨਾਨਕ ਜਨਮ ਕੁਲ ਮਿਲੀ ਸੋਊ ਬਿਦ, ਮਹਾਨ ਪਵਿੱਤਰ ਸ੍ਰੇਸ਼ਟ ਕੁਲ ਹੋਣ ਕਰਕੇ ਸੋ ਇਹ ਪਵਿੱਤਰ ਕੁਲ ਸੀ ਜਿਹੜੀ ਉਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਪ੍ਰਾਪਤ ਹੋਈ ਹੈ ਜਨਮ ਲੈਣ ਵਾਸਤੇ। ਪਿਤਾ ਨਾਮ ਥੋ ਕਾਲੂ ਦਾਸ, ਕਹਿਣ ਲੱਗੇ ਕੈਪਟਨ ਮਰੇ, ਉਹਨਾਂ ਦੇ ਪਿਤਾ ਦਾ ਨਾਮ ਬਾਬਾ ਮਹਿਤਾ ਕਾਲੂ ਸੀ। ਔਰ ਇਤਿਹਾਸ ਨੇ ਕਲਿਆਣ ਚੰਦ ਮਹਿਤਾ ਵੀ ਲਿਖਿਆ ਹੈ। ਮਾਤ ਨਾਮ ਥੋ ਤ੍ਰਿਪਤੋ ਤਾਸ, ਅਤੇ ਉਹਨਾਂ ਦੀ ਮਾਤਾ ਜੀ ਦਾ ਨਾਮ ਮਾਤਾ ਤ੍ਰਿਪਤਾ ਜੀ ਸੀ। ਦੋਹਰਾ ਧਰਮ ਵਾਹੇ ਹੋਵਤ ਘਣੇ, ਉਹ ਧਰਮ ਦੇ ਵਿੱਚ ਬਹੁਤੇ ਜ਼ਿਆਦਾ ਪਰਪੱਕ ਸਨ। ਧਰਮ ਦੀ ਕਿਰਤ ਕਮਾਈ ਕਰਨੀ, ਧਰਮ ਦੀ ਪਰਪੱਕਤਾ ਰੱਖਣੀ, ਕਿਸੇ ਗਰੀਬ 'ਤੇ ਜ਼ੁਲਮ ਨਹੀਂ ਕਰਨਾ, ਅਤਿਆਚਾਰ ਨਹੀਂ ਕਰਨਾ, ਕਿਸੇ ਦਾ ਹੱਕ ਨਹੀਂ ਮਾਰਨਾ,
ਇਹ ਸਭ ਤੋਂ ਉੱਤਮ ਧਰਮ ਹੈ। ਇਸ ਧਰਮ ਦੇ ਵਿੱਚ ਪ੍ਰਪੱਕ ਸਨ ਧਨ ਮਹਿ ਥੇ ਕਿਛ ਊਨ, ਅਤੇ ਧਨ ਵਾਲੇ ਪਾਸਿਓਂ ਥੋੜ੍ਹਾ ਜਿਹਾ ਕਹਿੰਦੇ ਭਾਵੇਂ ਬਾਬਾ ਮਹਿਤਾ ਕਾਲੂ ਜੀ ਪਟਵਾਰੀ ਵੀ ਸਨ, ਪਰ ਧਨ ਵਾਲੇ ਪਾਸਿਓਂ ਥੋੜ੍ਹਾ ਜਿਹਾ ਠੀਕ ਸੀ, ਗੁਜ਼ਾਰਾ ਚੱਲਦਾ ਸੀ, ਪ੍ਰਸ਼ਾਦੇ ਪਾਣੀ ਦਾ ਵਧੀਆ ਆਰ ਚੱਲ ਰਿਹਾ ਸੀ। ਸੋ ਇਸ ਕਰਕੇ ਧਰਮੀ ਕੁਲ ਸੀ, ਕਿਸੇ ਦਾ ਹੱਕ ਨਹੀਂ ਖਾਣਾ ਅਤੇ ਆਪਦੇ ਪ੍ਰਸ਼ਾਦੇ ਪਾਣੀ ਤੱਕ ਹੀ ਸੀਮਤ ਸਨ। ਕਿਛ ਕੁਲ ਕੈ ਕਿਛ ਉਨਹੋਂ ਕੋ, ਕੁਝ ਉਹਨਾਂ ਦਾ ਫਿਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀ ਕੁੱਲ ਭਜਨ ਬੰਦਗੀ ਵਾਲੀ ਹੋਣ ਕਰਕੇ ਕੁਝ ਉਸ ਕੁੱਲ ਦਾ ਪ੍ਰਤਾਪ ਸੀ, ਅਤੇ ਕੁਛ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਆਏ ਪ੍ਰਗਟਿਓ ਵੱਡ ਪੂਣ, ਏਡੀ ਵੱਡੀ ਮਹਾਨ ਪਵਿੱਤਰ ਜੋਤ ਨੇ ਉਤਾਰਾ ਕੀਤਾ ਸੋ ਇਸ ਗ੍ਰਹਿ ਵਿਖੇ। ਸੋ ਕੁਛ ਕੁੱਲ ਦਾ ਜਿਹੜਾ ਤੇਜ ਪ੍ਰਤਾਪ ਸੀ, ਕੁਝ ਇਸ ਮਹਾਨ ਪਵਿੱਤਰ ਜੋਤ ਦਾ ਜਿਹੜਾ ਤੇਜ ਪ੍ਰਤਾਪ ਹੈ ਉਹ ਬਹੁਤ ਜ਼ਿਆਦਾ ਫਲਿਆ ਵਧਿਆ ਫੁੱਲਿਆ ਹੈ। ਸੋ ਧਰਮ ਦੀ ਕਿਰਤ ਕਰਨ ਵਾਲੇ ਇਸ ਅੰਸ਼ ਵੰਸ਼ ਨੂੰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਬੜਾ ਹੀ ਫਲ ਲਾਇਆ ਹੈ। ਭਲੀ ਸਾਹਿਤ ਉਹ ਭਲੀ ਘੜੀ, ਭਾਈ ਸਾਹਿਬ ਕਹਿੰਦੇ ਇਸ ਕਰਕੇ ਉਸ ਘੜੀ ਨੂੰ ਵੀ ਭਲੀ ਮੰਨਿਆ ਜਾਂਦਾ ਹੈ। ਭਲਾ ਹੀ ਉਹ ਨਛੱਤਰ ਹੈ, ਭਲਾ ਹੀ ਉਹ ਸਮਾਂ ਸੀ ਜਿਸ ਵਕਤ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਸੰਸਾਰ ਦੇ ਉੱਤੇ ਜੀਵਾਂ ਦਾ ਭਲਾ ਕਰਨ ਲਈ ਅਵਤਾਰ ਧਾਰਿਆ। ਭਲੀ ਰਾਸ ਉਹ ਗ੍ਰਹਿ, ਭਲੇ ਉਹ ਭਲਾ ਸਮਾਂ ਸੀ, ਭਲੀ ਉਹ ਰਾਸ ਸੀ, ਉਸ ਵਾਲ ਜਿਹੜੇ ਸ਼ੋਭਨੀਕ ਸਮਾਂ ਸੀ। ਸੋ ਬੜਾ ਸ਼ੁੱਧ ਸਮਾਂ ਸੀ ਜਿਸ ਵਕਤ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ, ਸਰੀਰ ਲੈ ਕਰਕੇ ਸ੍ਰਿਸ਼ਟੀ ਨੂੰ ਤਾਰਨ ਵਾਸਤੇ ਆਏ। ਜਨਮਤ ਹੀ ਤੇ ਮਾਤ ਪਿਤਾ ਵੱਡਿਓ ਬਹੁ ਪ੍ਰਤਾਪ, ਅਤੇ ਜਨਮ ਤੋਂ ਹੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਐਸੀ ਕਲਾ ਵਰਤਾਈ, ਇੰਨਾ ਮਾਲੋ ਮਾਲ ਕਰ ਦਿੱਤਾ ਵੀ ਜਨਮ ਤੋਂ ਲੈ ਕਰਕੇ ਬੜਾ ਹੀ ਤੇਜ ਪ੍ਰਤਾਪ ਸੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ। ਸੋ ਕਹਿਣ ਲੱਗੇ ਇਸ ਕਰਕੇ ਕੈਪਟਨ ਮਰੇ, ਸੋ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਬਾਲ ਅਵਸਥਾ 'ਚ ਵੀ ਜਿੰਨੇ ਜਿੰਨੇ ਦਰਸ਼ਨ ਕੀਤੇ ਨਾ, ਚਾਹੇ ਦਾਈ ਦੌਲਤਾਂ ਨੇ ਦਰਸ਼ਨ ਕੀਤੇ, ਹਜ਼ੂਰ ਨੇ ਉਹਨੂੰ ਵੀ ਨਿਹਾਲ ਕਰ ਦਿੱਤਾ। ਕੋਈ ਵੀ ਆਇਆ ਹੈ ਨਾ ਦਰਸ਼ਨ ਕਰਨ, ਹੁੰਦਾ ਹੀ ਹੈ ਵੀ ਨਵਾਂ ਬੱਚੇ ਨੇ ਜਨਮ ਲਿਆ ਹੋਵੇ, ਅਤੇ ਅੱਜ ਕੱਲ੍ਹ ਤਾਂ ਉਹ ਸਮਾਂ ਨਹੀਂ ਰਹਿ ਗਿਆ ਕਹਿਣ ਲੱਗੇ ਚਲੋ ਕੋਈ ਨਹੀਂ ਟਾਈਮ ਲੱਗੂ ਤਾਂ ਜਾਵਾਂਗੇ। ਪਹਿਲਾਂ ਕਿਸੇ ਦੇ ਘਰ ਬੱਚੇ ਨੇ ਜਨਮ ਲੈਣਾ ਅਤੇ ਉਸ ਨੂੰ ਚਾਅ ਦੇ ਨਾਲ ਖੁਸ਼ੀਆਂ ਦੇ ਨਾਲ ਵੇਖਣ ਜਾਣਾ। ਸੋ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜਦੋਂ ਪ੍ਰਕਾਸ਼ ਧਾਰਨ ਕੀਤਾ ਅਤੇ ਬੜੀਆਂ ਸੰਗਤਾਂ ਨੂੰ ਦਰਸ਼ਨ ਕੀਤਾ ਆਪਣੇ ਤੇਜ ਪ੍ਰਤਾਪ ਦੇ ਨਾਲ। ਸੋ ਸੋਹਣੇ ਸੁੰਦਰ ਸਰੂਪ ਦੇ ਨਾਲ ਹੀ ਸਾਰੀ ਹੀ ਸ੍ਰਿਸ਼ਟੀ ਨੂੰ ਮਹਾਰਾਜ ਜੀ ਨੇ ਮੋਹਿਤ ਕੀਤਾ ਸੀ। ਰਿੱਧ ਸਿੱਧ ਨੌ ਨਿੱਧ ਜੁਤ ਦਿਓ ਭੂਮ ਧਨ ਆਪ, ਅਤੇ ਇਉਂ ਮਾਨੋ ਵੀ ਰਿੱਧੀਆਂ ਸਿੱਧੀਆਂ ਦਾ ਖਜ਼ਾਨੇ ਦੇ ਸਹਿਤ। ਸੋ ਜਦੋਂ ਮਹਾਰਾਜ ਆਪਣਾ ਪਾਵਨ ਸਰੀਰ ਤਨ ਲੈ ਕਰਕੇ ਸੰਸਾਰ 'ਤੇ ਆਏ, ਇਉਂ ਜਾਪਿਆ ਜਿਵੇਂ ਜ਼ਮੀਨ ਜਾਇਦਾਦ ਭੂਮ ਨੇ ਵੀ ਧਰਤੀ ਨੇ ਵੀ ਸੋ ਧਨ ਦੀ ਵਰਖਾ ਕੀਤੀ ਹੋਵੇ। ਸੋ ਜਿੱਥੇ ਜਿੱਥੇ ਵੀ ਕਿਸੇ ਨੇ ਦਰਸ਼ਨ ਕੀਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ, ਜਿਵੇਂ ਜਿਵੇਂ ਵੀ ਕਿਸੇ ਨੇ ਆਣ ਕੇ ਦਰਸ਼ਨ ਕੀਤੇ ਨਾ, ਉਹਨੂੰ ਮਹਾਰਾਜ ਨੇ ਨਿਹਾਲ ਹੀ ਕੀਤਾ ਹੈ। ਦਾਈ ਦੌਲਤਾਂ ਨੇ ਆਪਣੇ ਮਾਈਆਂ ਬੀਬੀਆਂ ਵਾਲੇ ਜਿਹੜੇ ਕਰਮ ਸੀ ਕੀਤੇ। ਸੋ ਮਾਤਾ ਤ੍ਰਿਪਤਾ ਜੀ ਦੀ ਸੇਵਾ ਕਰਦਿਆਂ ਸੋ ਜਿਹੜੇ ਆਪਣੇ ਕਰਮ ਉਹਦੇ ਬਣਦੇ ਸੀ ਕੀਤੇ, ਧਰਤੀ ਦੇ ਉੱਤੇ ਸਾਫ ਸਫਾਈ ਕਰਨ ਵਾਸਤੇ ਘਰ ਦੀ ਟੋਆ ਪਟਾਇਆ, ਧਰਤੀ ਨੇ ਵੀ ਧਨ ਦੇ ਕੇ ਨਵਾਜਿਆ। ਬੜੀ ਚਰਚਾ ਹੋਈ ਕਿ ਇਹ ਬੜਾ ਮਹਾਨ ਪਵਿੱਤਰ ਬਾਲਕ ਹੈ। ਸੋ ਜਨਮ ਲੈਣ ਦੇ ਨਾਲ ਹੀ ਸੋ ਜਿੱਥੇ ਜਿੱਥੇ ਵੀ ਕੋਈ ਹੱਥ ਲਾਉਂਦਾ ਹੈ ਸਾਰੇ ਪਾਸੇ ਸੁਗੰਧੀਆਂ ਹੀ ਖਿਲ ਰਹੀਆਂ ਨੇ। ਸੋ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀ ਵੱਡੀ ਭਾਰੀ ਕਲਾ ਹੈ। ਤਹਾਂ ਦਰਬ ਜਿਸ ਨਦਰੀ ਆਈ, ਜਿੱਥੇ ਵੀ ਕਿਸੇ ਨੇ ਨਿਗਾਹ ਮਾਰ ਕੇ ਵੇਖੀ ਧਨ ਹੀ ਧਨ ਨਜ਼ਰ ਆਇਆ ਹੈ। ਮਾਤਾ ਪਿਤਾ ਦਿਲ ਵਧਿਓ ਹੁਲਾਸ, ਮਾਤਾ ਪਿਤਾ ਦੇ ਮਨ ਦੇ ਵਿੱਚ ਬਹੁਤ ਜ਼ਿਆਦਾ ਚਾਉ ਵਧਿਆ ਹੈ। ਸੋ ਇੰਨੀ ਮਾਇਆ, ਸੋ ਸੰਗਤਾਂ ਨੇ ਵੀ ਮਾਇਆ ਆਣ ਕਰਕੇ ਹਰ ਇੱਕ ਦੇ ਦਿਲ 'ਚ ਖਿੱਚ ਪੈਂਦੀ ਸੀ ਵੀ ਸਾਹਿਬ ਜੀ ਨੂੰ ਮਾਇਆ ਜਿਹੜੀ ਭੇਟਾ ਕੀਤੀ ਜਾਵੇ। ਪੰਡਤ ਸਦ ਪੁੱਛਿਓ ਬੜ ਖਾਸ, ਇਹ ਸੋਹਣਾ ਸੁਹਾਵਨਿਕ ਸਮਾਂ ਵੇਖ ਕਰਕੇ ਫਿਰ ਉਦੋਂ ਦੀ ਜੋ ਮਰਿਆਦਾ ਚੱਲ ਰਹੀ ਸੀ ਪਰਿਵਾਰਾਂ ਦੇ ਵਿੱਚ ਜਾਂ ਖਾਨਦਾਨਾਂ ਦੇ ਵਿੱਚ, ਸੋ ਇਹ ਖੱਤਰੀ ਬਰਾਦਰੀ ਹੋਣ ਕਰਕੇ ਗੁਰੂ ਸਾਹਿਬ ਜੀ ਦੀ ਬੇਦੀ ਕੁਲ ਸੀ। ਸੋ ਪੰਡਤ ਜਿਹੜਾ ਹਰਦਿਆਲ ਪੰਡਤ ਹੈ, ਇਤਿਹਾਸ ਵਿੱਚ ਇਹਦਾ ਜ਼ਿਕਰ ਆਇਆ, ਪੰਡਤ ਹਰਦਿਆਲ ਨੂੰ ਬੁਲਾਉਣਾ ਕੀਤਾ ਬਾਬਾ ਮਹਿਤਾ ਕਾਲੂ ਜੀ ਨੇ।
ਦੋਹਰਾ ਪੰਡਤ ਟੇਵਾ ਲਿਖ ਧਰਿਓ। ਪੰਡਤ ਨੇ ਆਣ ਕੇ ਵੇਖ ਕਰਕੇ ਨਾ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਕਰਕੇ ਚਿੰਨ੍ਹ ਸਾਰੇ ਵੇਖ ਕੇ ਸੋ ਜਿਹੜਾ ਟੇਵਾ ਸੀ ਉਸਨੂੰ ਲਿਖਣਾ ਕੀਤਾ। ਮਨ ਮੈਂ ਬੜ ਸੁਖ ਪਾਏ, ਅਤੇ ਮਨ ਦੇ ਵਿੱਚ ਬੜਾ ਪ੍ਰਸੰਨ ਹੋਇਆ, ਬੜਾ ਖੁਸ਼ ਹੋਇਆ। ਨਾਲੇ ਆਪਣੇ ਹੱਥੀਂ ਟੇਵਾ ਲਿਖਦਾ ਰਿਹਾ ਗਿਆ ਧੰਨ ਗੁਰੂ ਨਾਨਕ ਸਾਹਿਬ ਜੀ ਦਾ। ਮੁੜ ਮੁੜ ਬਾਲਕ ਰੂਪ ਲਖ, ਵਾਰ ਵਾਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਸਰੂਪ ਦੇ ਦਰਸ਼ਨ ਕਰਦਾ ਹੈ। ਮੰਦ ਮੰਦ ਮੁਸਕਾਏ, ਅਤੇ ਨਾਲੇ ਸਾਰਾ ਕੁਝ ਜਾਣਦਾ ਹੈ ਆਪਣੀ ਜੋਤਿਸ਼ ਵਿਦਿਆ ਰਾਹੀਂ ਵੀ ਇਹ ਕੋਈ ਇਲਾਹੀ ਨੂਰ ਹੈ। ਨਾਲ ਆਪਣੇ ਚਿਹਰੇ ਤੋਂ ਮੁੱਖ ਤੋਂ ਮੁਸਕਰਾ ਰਹੇ ਨੇ ਪੰਡਤ ਹਰਦਿਆਲ ਜੀ। ਚੌਪਈ ਟੇਵਾ ਪੰਡਤ ਧਰਿਓ ਲਿਖਾਏ। ਜਦੋਂ ਪੰਡਤ ਨੇ ਟੇਵਾ ਲਿਖ ਦਿੱਤਾ ਨਾ, ਜਿਵੇਂ ਆਮ ਬਾਲਕਾਂ ਦਾ ਬੱਚਿਆਂ ਦਾ ਲਿਖਦੇ ਸਨ ਪੰਡਤ, ਸੋ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਵੀ ਉਸੇ ਤਰ੍ਹਾਂ ਹੀ ਲਿਖਿਆ। ਦਇਓ ਮਾਤ ਪਿਤਾ ਬਹੁ ਸਮਝਾਏ। ਉਹ ਟੇਵਾ ਦੇ ਕਰਕੇ ਨਾ ਮਾਤਾ ਤ੍ਰਿਪਤਾ ਜੀ ਅਤੇ ਬਾਬਾ ਮਹਿਤਾ ਕਾਲੂ ਜੀ ਨੂੰ, ਅਤੇ ਫਿਰ ਉਹਨਾਂ ਨੂੰ ਪੰਡਤ ਹਰਦਿਆਲ ਨੇ ਸਮਝਾਉਣਾ ਕੀਤਾ ਹੈ। ਪੰਡਤ ਕਹੇ ਇਸ ਅਦਬ ਰਖਾਇਓ। ਪੰਡਤ ਕਹਿਣ ਲੱਗੇ ਵੀ ਜੋ ਇਹ ਬਾਲਕ ਤੁਹਾਡੇ ਘਰ ਜਿਹਨੇ ਜਨਮ ਲਿਆ ਹੈ ਨਾ, ਇਸ ਨੂੰ ਐਵੇਂ ਬੱਚਾ ਨਾ ਸਮਝ ਲਿਓ, ਇਹਦਾ ਬਹੁਤ ਵੱਡਾ ਅਦਬ ਅਤੇ ਸਤਿਕਾਰ ਰੱਖਣਾ ਕਰਿਓ। ਇਹ ਕੋਈ ਪੁਰਖ ਪੂਰਨ ਹੈ ਆਇਓ, ਇਹ ਕੋਈ ਆਮ ਬੱਚਾ ਨਹੀਂ, ਇਹ ਤਾਂ ਕੋਈ ਸਮਰੱਥ ਪੁਰਖ, ਪੂਰਾ ਹੀ ਪੁਰਖ ਆਇਆ, ਕੋਈ ਪਰਮੇਸ਼ਰ ਵੱਲੋਂ ਹੀ ਕੋਈ ਅਵਤਾਰ ਹੀ ਹੈ। ਸੋ ਸਾਰੀਆਂ ਵਾਰ ਘੜੀਆਂ ਸਮਾਂ ਸਭ ਕੁਛ ਬੜਾ ਹੀ ਸ਼ੁਭ ਹੈ। ਨੇਹ ਕਲੰਕ ਜਨ ਭਇਓ ਆਪ, ਅਤੇ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਜਿਵੇਂ ਨੇਹ ਕਲੰਕ ਸਰੂਪ ਧਾਰਨ ਕਰਕੇ ਆਪ ਚੱਲ ਕਰਕੇ ਪਰਮੇਸ਼ਰ ਆਇਆ ਹੋਵੇ। ਜਾਪਤ ਇਸਕੋ ਇਹ ਤੋਂ ਪ੍ਰਤਾਪ, ਇਹਨਾਂ ਦੇ ਸ਼ੁਭ ਗੁਣਾਂ ਤੋਂ ਅਤੇ ਤੇਜ ਪ੍ਰਤਾਪ ਤੋਂ ਇਸ ਤਰ੍ਹਾਂ ਜਾਪ ਰਿਹਾ ਹੈ ਵੀ ਜਿਵੇਂ ਨੇਹ ਕਲੰਕ ਅਵਤਾਰ ਨੇ ਆਪ ਜੀ ਦੇ ਘਰ ਵਿੱਚ ਜਨਮ ਲਿਆ ਹੋਵੇ। ਨਾਕਾਰ ਅਛਰ ਉਨ ਮੂਹਰੇ ਧਰਾਇਓ, ਅਤੇ ਉਹਨੇ ਜਿਸ ਤਰ੍ਹਾਂ ਆਪਣੇ ਨਛੱਤਰ ਨੂੰ ਵੇਖ ਕਰਕੇ, ਜਿਵੇਂ ਆਪਾਂ ਅੰਮ੍ਰਿਤਧਾਰੀ ਸਿੱਖ ਆਪਣੇ ਬੱਚੇ ਦਾ ਨਾਮ ਰੱਖਣਾ ਹੋਵੇ ਸ਼੍ਰੀ ਮੁਖਵਾਕ ਤੋਂ ਨਾਮ ਰੱਖਦੇ ਹਨ, ਇਵੇਂ ਜਿਹੜੇ ਪੰਡਤ ਲੋਕ ਸੀ ਇਹਨਾਂ ਨਛੱਤਰ ਜਿਹੜਾ ਹੋਵੇ ਉਸ ਨਛੱਤਰ ਦੇ ਪਹਿਲੇ ਅੱਖਰ ਤੋਂ ਨਾਮ ਰੱਖਣਾ ਸ਼ੁਭ ਮੰਨਦੇ। ਸੋ ਇਹ ਜਿਹੜਾ ਮਰਿਆਦਾ ਚੱਲੀ ਆਉਂਦੀ ਸੀ, ਇਹਨੇ ਸ਼ਸਤਰਾਂ ਦੇ ਵਿੱਚੋਂ ਜਿਹੜਾ ਸ਼ਸਤਰ ਪੜ੍ਹਿਆ ਅਤੇ ਸ਼ਸਤਰ ਦਾ ਅੱਖਰ ਦੇਖਿਆ ਅਤੇ ਨੰਨਾ ਆਇਆ। ਨੰਨੇ ਅੱਖਰ ਤੋਂ ਉਸਨੂੰ ਭੁਲੇਖਾ ਜਿਹਾ ਹੀ ਲੱਗ ਰਿਹਾ ਸੀ ਵੀ ਨਾਮ ਨਾਨਕ ਵੀ ਰੱਖਿਆ ਹੋ ਸਕਦਾ, ਨੇਹ ਕਲੰਕ ਹੀ ਹੋਵੇ। ਸੋ ਇਸ ਕਰਕੇ ਜਿਹੜਾ ਪੰਡਤ ਹੈ ਸ਼ੁਭ ਗੁਣ ਵੇਖ ਕਰਕੇ ਅਤੇ ਬੜਾ ਉਤਸ਼ਾਹ ਦੇ ਸਹਿਤ ਹੈ। ਨੇਹ ਕਲੰਕ ਤੇ ਨਾਨਕ ਕਹਾਵਾਇਓ, ਅਤੇ ਨੇਹ ਕਲੰਕ ਤੋਂ ਨੰਨੇ ਤੋਂ ਹੀ ਨੇਹ ਕਲੰਕ ਪੈਂਦਾ ਅਤੇ ਨੰਨੇ ਤੋਂ ਹੀ ਨਾਨਕ ਹੋ ਸਕਦਾ ਕਿ ਨੇਹ ਕਲੰਕ ਅਵਤਾਰ ਨੇ ਨਾਨਕ ਕਹਾਉਣਾ ਹੋਵੇ ਸੰਸਾਰ ਦੇ ਉੱਪਰ ਆ ਕਰਕੇ। ਸੋ ਪੰਡਤ ਗਿਆਨਵਾਨ ਸੀ। ਸੋ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ 'ਤੇ ਸ਼ਰਧਾ ਰੱਖਦਾ ਹੈ। ਜੇ ਕੋ ਪਾਵੇ ਦਰਸ਼ਨ ਆਏ, ਜਿਹੜਾ ਵੀ ਇਸ ਕਰਕੇ ਕੈਪਟਨ ਮਰੇ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਕਰਦਾ ਸੀ ਨਾ ਆਣ ਕਰਕੇ, ਹੋਏ ਪ੍ਰਸੰਨ ਬਹੁ ਮੋਹਿ ਹੋ ਜਾਏ, ਉਹ ਪ੍ਰਸੰਨ ਹੋ ਕਰਕੇ ਦਰਸ਼ਨ ਕਰਨ ਵਾਲਾ ਮੋਹਿਆ ਜਾਂਦਾ ਸੀ। ਕਈ ਵਾਰ ਬਹੁ ਦੇਖਿਓ ਚਾਹੇ, ਵਾਰ ਵਾਰ ਕਈ ਵਾਰ ਮੁੜ ਮੁੜ ਕੇ ਦਰਸ਼ਨ ਕਰਨ ਨੂੰ ਦਿਲ ਕਰਦਾ ਸੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ। ਦੇਖਤ ਦਰਸ਼ਨ ਉਸ ਤ੍ਰਿਪਤੈ ਹੈ, ਅਤੇ ਦਰਸ਼ਨ ਵੇਖ ਵੇਖ ਕੇ ਕੋਈ ਰੱਜਦਾ ਨਹੀਂ ਸੀ, ਤ੍ਰਿਪਤ ਨਹੀਂ ਸੀ ਹੁੰਦਾ। ਸਾਰਿਆਂ ਨੂੰ ਸਤਿਗੁਰਾਂ ਨੇ ਐਸੇ ਪਿਆਰ ਦੇ ਤੰਦ ਪਾਏ, ਐਸਾ ਮਨ ਦਾ ਮੋਹ ਜਿਹਾ ਸਾਰਿਆਂ ਦੇ ਹਿਰਦੇ 'ਤੇ ਵਸਾ ਦਿੱਤਾ, ਮੋਹ ਦਾ ਜਾਲ। ਦੋਹਰਾ ਕੋ ਕਹਿ ਜਾਏ ਭਇਓ ਸਿੱਧ, ਕੋਈ ਵੇਖ ਕੇ ਕਹਿੰਦਾ ਹੈ ਵੀ ਇਹ ਕੋਈ ਮਹਾਂਪੁਰਸ਼ ਹੈ, ਕੋਈ ਸਿੱਧ ਰੂਪ ਹੈ। ਕੋਈ ਕਹਿੰਦਾ ਵੀ ਨਹੀਂ ਕੋ ਕਹੇ ਅਵਤਾਰ, ਕੋਈ ਕਹਿੰਦਾ ਵੀ ਨਹੀਂ ਇਹ ਕੋਈ ਮਹਾਂਬਲੀ ਅਵਤਾਰ ਹੈ ਤੇਜ ਪ੍ਰਤਾਪ ਵਾਲਾ। ਕੋ ਕਹੇ ਪਾਤਸ਼ਾਹ ਜਹ ਹੋਗ ਸੋ ਛਤਰ ਧਾਰ, ਕੋਈ ਕਹਿੰਦਾ ਵੀ ਨਹੀਂ ਇਹ ਪਾਤਸ਼ਾਹ ਹੋਵੇਗਾ, ਇਹਦੇ ਅੱਗੇ ਛਤਰ ਝੂਲਣਗੇ, ਇਹਦੇ ਸੀਸ ਦੇ ਉੱਪਰ ਛਤਰ ਝੁੱਲੇਗਾ, ਦੀਨ ਦੁਨੀਆ ਦੇ ਬਾਦਸ਼ਾਹ ਹੋਵੇਗਾ। ਇਉਂ ਆਪੋ ਆਪਣੇ ਖਿਆਲਾਤ ਜਿਹੜੀ ਪ੍ਰਜਾ ਦੇ ਲੋਕ ਉਹ ਕਰ ਰਹੇ ਹਨ। ਚੌਪਈ ਧੰਨਵਾਨ ਕਹਿ ਦੀਏ ਜਾਹੇ, ਅਤੇ ਜਿਹੜੇ ਧੰਨਵਾਨ ਸਨ ਉਹਨਾਂ ਦੇ ਮਨ ਵਿੱਚ ਇਹ ਚਾਓ ਉਤਸ਼ਾਹ ਪੈਦਾ ਹੋ ਰਿਹਾ ਸੀ ਕਿ ਅਸੀਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲ ਜਾ ਕਰਕੇ ਧਨ ਜਿਹੜਾ ਉਹ ਮਾਇਆ ਅਰਪਣ ਕਰੀਏ, ਇਸ ਬੱਚੇ ਨੂੰ ਮਾਇਆ ਜਿਹੜੀ ਉਹ ਭੇਟਾ ਕਰੀਏ ਦਰਸ਼ਨ ਕਰਕੇ। ਸੋ ਇੰਨੀ ਜ਼ਿਆਦਾ ਅੰਦਰੋਂ ਖਿੱਚ ਪੈ ਰਹੀ ਸੀ।
ਨਿਰ ਧਨ ਕਹੇ ਧਨ ਇਤ ਸੇਵਿਏ ਸੇਵ ਆਹੇ। ਜਿਹੜੇ ਗਰੀਬ ਸਨ, ਨਿਰ ਧਨ ਲੋਕ, ਉਹ ਕਹਿੰਦੇ ਸੀ ਵੀ ਇਹਨਾਂ ਦੇ ਦਰਸ਼ਨ ਕੀਤਿਆਂ ਧਨ ਮਿਲਦਾ ਹੈ। ਸੋ ਸਾਰੀਆਂ ਲੋੜਾਂ ਪੂਰੀਆਂ ਹੁੰਦੀਆਂ ਹਨ। ਸੋ ਇਸ ਕਰਕੇ ਸਭ ਦੇ ਮਨ ਵਿੱਚ ਖਿੱਚ ਸੀ ਵੀ ਹਰ ਕੋਈ ਆਪਣੇ ਭਲੇ ਵਾਸਤੇ ਧੰਨ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਨ ਆਉਂਦਾ ਸੀ। ਕੋ ਕਹੇ ਇਸ ਸੇਵ ਪਰਤਾਵੇ, ਕੋਈ ਕਹਿੰਦਾ ਵੀ ਇਹਨਾਂ ਦੀ ਸੇਵਾ ਕੀਤਿਆਂ ਸੁੱਖ ਆਨੰਦ ਮਿਲੇਗਾ। ਸੋ ਕਈ ਇਸ ਤਰ੍ਹਾਂ ਸੇਵਾ ਵਿੱਚ ਹਾਜ਼ਰ ਹੁੰਦੇ ਨੇ, ਕਈ ਪਰਤਾਵਾ ਵੀ ਲੈਂਦੇ ਨੇ ਵੀ ਦਰਸ਼ਨ ਕੀਤਿਆਂ ਕੀ ਮਹਾਤਮ ਮਿਲਦਾ ਹੈ। ਸੋ ਕਿਤੇ ਕੋਈ ਖਾਲੀ ਨਾ ਰਹਿ ਜਾਂਦਾ ਹੋਵੇ। ਸੋ ਦਰਸ਼ਨ ਕਰਦੇ ਸਮੇਂ ਵੀ ਕਿਸੇ ਦੇ ਮਨ 'ਚ ਸ਼ੰਕਾ ਵੀ ਹੈ ਅਤੇ ਕਈ ਭਾਵਨਾ ਦੇ ਸਹਿਤ ਦਰਸ਼ਨ ਕਰਦੇ ਸਨ। ਸੁੱਖ ਨਾ ਸੁਖੇ ਮੁਰਾਦਾਂ ਪਾਵੇ, ਸੁੱਖ ਨਾ ਸੁੱਖਦੇ ਨੇ ਕਈ ਆਪਣੇ ਮਨ 'ਚ, ਅਤੇ ਮਨ ਭਾਉਂਦੀਆਂ ਮੁਰਾਦਾਂ ਵੀ ਪ੍ਰਾਪਤ ਕੀਤੀਆਂ ਸਭ ਨੇ। ਜਿਮ ਜਿਮ ਸਤਿਗੁਰ ਕਲ ਪ੍ਰਗਟਾਵੇ, ਜਿਵੇਂ ਜਿਵੇਂ ਫਿਰ ਇਸ ਕਰਕੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੀ ਕਲਾ ਦਾ ਪ੍ਰਗਟਾਵਾ ਕੀਤਾ ਹੈ ਨਾ, ਤਿਮ ਤਿਮ ਲੋਕਣ ਸੋ ਦੇਖਣ ਆਵੇ, ਤਿਵੇਂ ਤਿਵੇਂ ਲੋਕਾਂ ਦੇ ਮਨ ਵਿੱਚ ਜ਼ਿਆਦਾ ਖਿੱਚ ਸੀ, ਸੰਗਤਾਂ ਦੇ ਮਨ ਵਿੱਚ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਦੇ। ਬਾਲ ਅਵਸਥਾ 'ਚ ਵੀ ਮਹਾਰਾਜ ਸੱਚੇ ਪਾਤਸ਼ਾਹ ਨੇ ਬੜੇ ਬੇਅੰਤ ਕੌਤਕ ਕੀਤੇ ਨੇ। ਕੈਪਟਨ ਮਰੇ ਬਹੁਤ ਵੱਡੀ ਹਸਤੀ ਸੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਤਾਂ ਆਪ ਨਿਰੰਕਾਰ ਦਾ ਸਰੂਪ ਸੀ। ਜੋ ਚਿੱਤ ਚਿਤਵੇ ਸੋ ਸੁਨਾਏ, ਜੋ ਸਤਿਗੁਰਾਂ ਦੇ ਬਚਨ ਬਲਾਸ ਜਾ ਕਰਕੇ ਸਤਿਗੁਰਾਂ ਦੇ ਜਾ ਕੇ ਦਰਸ਼ਨ ਕਰਨ ਦੀ ਇੱਛਾ ਰੱਖਦਾ ਸੀ ਨਾ, ਸੋ ਮੇਰੀ ਕੋਈ ਗੱਲ ਦਾ ਨਿਰਣਾ ਹੋ ਜੇ, ਮਨ ਦੇ ਵਿੱਚ ਕੋਈ ਧਾਰਨ ਕਰਕੇ ਜਾਂਦਾ ਸੀ ਅਤੇ ਮਹਾਰਾਜ ਸੱਚੇ ਪਾਤਸ਼ਾਹ ਉਹੋ ਜਿਹੀ ਕਲਾ ਵਰਤਾ ਕੇ ਉਹਦਾ ਜਿਹੜਾ ਮਨ ਦਾ ਫੁਰਨਾ ਉਹ ਪੂਰਾ ਕਰ ਦਿੰਦੇ ਸਨ। ਆਗਮ ਨਿਗਮ ਕੀ ਬਾਤ ਬਤਾਏ, ਆਗਮ ਹੁਣ ਜੋ ਵਰਤ ਰਿਹਾ ਸਮਾਂ ਸੀ ਅਤੇ ਨਿਗਮ ਜਿਹੜਾ ਆਉਣ ਵਾਲਾ ਸਮਾਂ ਸੀ। ਆਗਮ ਆਉਣ ਵਾਲਾ ਸਮਾਂ ਅਤੇ ਨਿਗਮ ਵਰਤ ਰਹੇ ਸਮੇਂ 'ਚ, ਸੋ ਸਾਰੇ ਹੀ ਸਮੇਂ ਦਾ ਮਹਾਰਾਜ ਸੱਚੇ ਪਾਤਸ਼ਾਹ ਫੁਰਨਾ ਬਣਾ ਕਰਕੇ ਜੀਵਾਂ ਦਾ ਹੱਲ ਕਰ ਦਿੰਦੇ ਸਨ, ਵੀ ਦੱਸ ਦਿੰਦੇ ਸਨ ਮਨ ਦੇ ਖਿਆਲਾਤ ਵੀ ਕੀ ਹੋਵੇਗਾ, ਕੀ ਵਾਪਰੇਗਾ। ਕਾਲੂ ਕੇ ਮਨ ਪੁੱਤਰ ਭਾਏ, ਬਾਬਾ ਮਹਿਤਾ ਕਾਲੂ ਜੀ ਦੇ ਮਨ ਨੂੰ ਬਹੁਤ ਜ਼ਿਆਦਾ ਸੋਹਣਾ ਸੁੰਦਰ ਸਰੂਪ ਆਪਣੇ ਪੁੱਤਰ ਦਾ ਨਜ਼ਰੀ ਆਉਂਦਾ। ਬੜਾ ਪਿਆਰ ਕਰਦੇ ਨੇ ਬਾਬਾ ਮਹਿਤਾ ਕਾਲੂ ਜੀ ਆਪਣੇ ਪੁੱਤਰ ਨੂੰ। ਚਾਹੇ ਕਰਾਈ ਕਾਰ ਉਨ ਪਾਏ, ਫਿਰ ਜਦੋਂ ਥੋੜ੍ਹੇ ਜਿਹੇ ਵੱਡੇ ਹੋਏ ਨਾ ਧੰਨ ਗੁਰੂ ਨਾਨਕ ਸਾਹਿਬ ਕੈਪਟਨ ਮਰੇ, ਜਦੋਂ ਬਾਲ ਅਵਸਥਾ 'ਚੋਂ ਥੋੜ੍ਹੇ ਜਵਾਨ ਹੋਏ ਹਨ, ਫਿਰ ਜਿਸ ਤਰ੍ਹਾਂ ਹਰ ਕੋਈ ਮਾਤਾ ਪਿਤਾ ਚਾਹੁੰਦਾ ਹੈ ਆਪਣੇ ਪੁੱਤਰ ਤੋਂ ਕਾਰਜ ਕਰਾਉਣਾ, ਇਵੇਂ ਬਾਬਾ ਮਹਿਤਾ ਕਾਲੂ ਜੀ ਵੀ ਚਾਹੁੰਦੇ ਸਨ ਕਿ ਆਪਣੇ ਪੁੱਤਰ ਨੂੰ ਕਿਸੇ ਕੰਮ ਧੰਦੇ 'ਤੇ ਲਾਈਏ। ਆਗਿਆ ਪਿਤ ਕੀ ਮੋੜੇ ਨਹੀਂ, ਪਰ ਪਿਤਾ ਜੀ ਦੀ ਆਗਿਆ ਉਹ ਕਦੇ ਵਾਸਤੇ ਵੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਮੋੜਨਾ ਨਹੀਂ ਕੀਤੀ। ਜਿਤ ਵੱਲ ਤੋਰੇ ਤਿਤ ਵੱਲ ਜਾਹੀ, ਜਿਸ ਪਾਸੇ ਵੀ ਤੋਰਦੇ ਸਨ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੂੰ ਬਾਬਾ ਮਹਿਤਾ ਕਾਲੂ ਜੀ, ਉਸੇ ਪਾਸੇ ਮਹਾਰਾਜ ਚੱਲਦੇ ਸੀ। ਸਤਨਾਮ ਜਪ ਮੁਖ 'ਤੇ ਕਰੇ, ਸੱਚੇ ਨਾਮ ਵਾਹਿਗੁਰੂ ਕਾਲ ਪੁਰਖ ਦਾ ਨਾਮ ਵਾਹਿਗੁਰੂ ਵਾਹਿਗੁਰੂ ਦਾ ਜਾਪ ਆਪਣੇ ਪਾਵਨ ਮੁਖਾਰ ਬਿੰਦ ਤੋਂ ਕਰਦੇ ਰਹਿੰਦੇ ਸੀ। ਕਰਤਾ ਪੁਰਖ ਕਹਿ ਬਚਨ ਉਚਾਰੈ, ਤੇ ਕਰਤਾ ਸਤ ਕਰਤਾਰ, ਕਿ ਸਾਰਿਆਂ ਦਾ ਕਰਤਾ ਮਾਲਕ ਵਾਹਿਗੁਰੂ ਪਰਮੇਸ਼ਰ ਹੀ ਸੱਚਾ ਹੈ। ਸੋ ਕਰਤੇ ਪੁਰਖ ਮਾਲਕ ਵਾਹਿਗੁਰੂ ਪਰਮੇਸ਼ਰ ਦੀ ਉਸਤਤ ਕਰਦੇ ਸਨ, ਆਪਣੇ ਵੀ ਇਸ ਤਰ੍ਹਾਂ ਹੀ ਬਚਨ ਉਚਾਰਨ ਕਰਦੇ ਸੀ। ਇਉਂ ਹੀ ਵਡਿਆਈ ਸੋਭਾ ਪਰਮੇਸ਼ਰ ਦੀ ਕਰਦੇ ਰਹਿੰਦੇ ਸਨ। ਜਹੀ ਉਪਦੇਸ਼ ਸਭ ਬਾਲਣ ਦੇਵੇ, ਜਿਹੜੇ ਬੱਚੇ ਹਜ਼ੂਰ ਦੇ ਨਾਲ ਖੇਡਦੇ ਸਨ ਨਾ, ਉਹਨਾਂ ਨੂੰ ਵੀ ਇੱਕ ਓਂਕਾਰ ਦਾ ਸਤ ਕਰਤਾਰ ਦਾ ਉਪਦੇਸ਼ ਦੇ ਕਰਕੇ ਹੀ ਮਹਾਰਾਜ ਸੱਚੇ ਪਾਤਸ਼ਾਹ ਨਿਹਾਲ ਕਰਦੇ ਸੀ। ਸਤ ਕਰਤਾਰ ਉਨ ਮੁਖੋਂ ਕਹਾਵੈ, ਸਾਰੇ ਆਪਣੇ ਹਾਨ ਪ੍ਰਵਾਨ ਦੇ ਜਿਹੜੇ ਬੱਚੇ ਸਨ ਛੋਟੇ ਬਾਲ ਅਵਸਥਾ ਵਾਲੇ, ਉਹਨਾਂ ਦੇ ਮੁਖ ਦੇ ਵਿੱਚੋਂ ਵੀ ਸਤ ਕਰਤਾਰ ਇਹ ਬਚਨ ਹੀ ਕਹਾਉਂਦੇ ਸਨ ਵੀ ਭਾਈ ਪਰਮੇਸ਼ਰ ਮਾਲਕ ਵਾਹਿਗੁਰੂ ਸੱਚਾ ਹੈ, ਉਹਦੀ ਉਸਤਤ ਕਰੋ। ਉਹ ਸਾਰਿਆਂ ਜੀਵਾਂ ਦਾ ਪਾਲ ਪੋਸ਼ਣ ਕਰਨ ਵਾਲਾ ਹੈ, ਸਭ ਦੀ ਰੱਖਿਆ ਕਰਨ ਵਾਲਾ ਹੈ। ਦੋਹਰਾ ਕੀਓ ਤੰਤਾਰੋ ਕਾਨਨ, ਮਰਦਾਨੇ ਦੀਓ ਫੜਾਏ। ਜਦੋਂ ਭਾਈ ਮਰਦਾਨਾ ਜੀ ਬਾਲ ਅਵਸਥਾ ਦੇ ਵਿੱਚ ਨਾਲ ਖੇਡਦੇ ਸੀ ਨਾ ਹਜ਼ੂਰ ਦੇ, ਉਦੋਂ ਤੋਂ ਲੈ ਕਰਕੇ ਭਾਈ ਸਾਹਿਬ ਕਹਿੰਦੇ ਵੀ ਇੰਨਾ ਪਿਆਰ ਪੈ ਗਿਆ ਵੀ ਕਾਨਿਆਂ ਦੀਆਂ ਬਣਾ ਕਰਕੇ ਨਾ ਕਲਮਾਂ ਜੀਆਂ ਛਿਲ ਕੇ ਅਤੇ ਉਹ ਦਤਾਰਾ ਬਣਾ ਦਿਆ ਕਰਨਾ, ਰਵਾਬ ਬਣਾ ਦਿਆ ਕਰਨੇ। ਸੋ ਕਹਿਣਾ ਕਰਨਾ ਵੀ ਲੈ ਬਈ ਹੁਣ ਮਰਦਾਨਿਆਂ ਤੂੰ ਮਰਾਸੀ ਹੈ ਨਾ, ਅਤੇ ਵਜਾ ਸਾਜ਼।
ਮਰਦਾਨੇ ਨੇ ਉਸ ਤਰ੍ਹਾਂ ਤਰ੍ਹਾਂ ਦੀਆਂ ਆਵਾਜ਼ਾਂ ਕੱਢਣੀਆਂ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਉਹਦੀਆਂ ਕੱਢੀਆਂ ਹੋਈਆਂ ਆਵਾਜ਼ਾਂ ਦੇ ਉੱਤੇ ਹੀ ਸੋ ਆਪਣੀ ਮੁਬਾਰਕ ਰਸਨਾ ਤੋਂ ਬਾਲ ਅਵਸਥਾ ਜੀ ਪਰਮੇਸ਼ਰ ਦੇ ਗੁਣ ਗਾਉਂਦੇ ਸਨ। ਬਜਾਏ ਸ਼ਬਦ ਬਹੁ ਗਾਵਈ ਸਭ ਬਾਲਣ ਸਾਥ ਰਲਾਏ। ਭਾਈ ਮਰਦਾਨਾ ਜੀ ਮਰਾਸੀ ਘਰਾਣੇ ਨਾਲ ਸੰਬੰਧਿਤ ਹੋਣ ਕਰਕੇ ਉਹ ਸਾਜ਼ ਵਜਾਇਆ ਕਰਦੇ ਸੀ ਰਬਾਬ ਦੀ ਤਰ੍ਹਾਂ। ਪਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਆਪਣੀ ਮੁਬਾਰਕ ਰਸਨਾ ਤੋਂ ਆਪਣੇ ਬੱਚਿਆਂ ਦੇ ਨਾਲ ਸਾਥੀਆਂ ਦੇ ਨਾਲ ਬਾਲ ਅਵਸਥਾ 'ਚ ਚੋਜ ਕਰਦਿਆਂ ਸੋ ਪਰਮੇਸ਼ਰ ਦੇ ਨਾਮ ਭਜਨ ਬੰਦਗੀ ਦੇ ਸ਼ਬਦ ਉੱਚੀ ਉੱਚੀ ਉਚਾਰਨ ਕਰਿਆ ਕਰਦੇ ਸਨ। ਚੌਪਈ ਜੇ ਸਭ ਬਾਲਣ ਕਥਾ ਲਿਖਾਈ। ਅਤੇ ਭਾਈ ਸਾਹਿਬ ਕਹਿੰਦੇ ਵੀ ਜੇਕਰ ਸਾਰੇ ਬਾਲ ਅਵਸਥਾ ਦੀ ਕਥਾ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਜਿੰਨੇ ਨਾਲ ਬਾਲ ਅਵਸਥਾ 'ਚ ਕੌਤਕ ਹੋਏ ਜੋ ਭਾਈ ਮਰਦਾਨਾ ਜੀ ਨਾਲ ਭਾਈ ਬਾਲਾ ਜੀ ਉਹ ਸਾਰੇ ਕੌਤਕ ਲਿਖਣਾ ਜੇ ਮੈਂ ਕਰਾਂ ਵੱਡੇ ਗ੍ਰੰਥ ਬੜ ਅੰਤ ਨਾ ਪਾਈ। ਉਹ ਗ੍ਰੰਥ ਫਿਰ ਏਡਾ ਵੱਡਾ ਹੋ ਜਾਵੇਗਾ ਵੀ ਤੁਸੀਂ ਕਹਿਣ ਕਥਨ ਤੋਂ ਪਰੇ ਹੀ ਹੈ ਗੱਲ। ਬੜੇ ਬੇਅੰਤ ਚੋਜ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ। ਇਹ ਤਾਂ ਭਾਈ ਸਾਹਿਬ ਕਹਿੰਦੇ ਨੇ ਵੀ ਮੈਂ ਜਿਹੜਾ ਅੰਗਰੇਜ਼ ਕੈਪਟਨ ਮਰਿਆ ਉਹਨੂੰ ਸਮਝਾਉਣ ਦੇ ਕਰਕੇ ਥੋੜ੍ਹਾ ਟੂਕ ਮਾਤਰ ਹੀ ਲਿਖ ਰਿਹਾ। ਵਿਸਥਾਰ ਪੂਰਵਕ ਇਤਿਹਾਸ ਮੈਂ ਪੰਥ ਦਾ ਹੀ ਲਿਖਣਾ ਹੈ ਜਿਹੜੇ ਸਿੰਘ ਸੂਰਮੇ ਹੋਏ। ਜਾਂ ਤਾਂ ਮੈਂ ਅਬ ਸੋਚ ਸੋ ਕਹੂੰ। ਇਸ ਕਰਕੇ ਮੈਂ ਸੂਖਮ ਰੂਪ ਵਿੱਚ ਹੀ ਕਵੀ ਜੀ ਕਹਿੰਦੇ ਦੱਸ ਰਿਹਾ ਹਾਂ। ਬੀਜ ਮੰਤਰ ਕਿਛ ਲਖਿਓ ਚਾਹੇ। ਇਹਨੂੰ ਬੀਜ ਮੰਤਰ ਭਾਵ ਸੋ ਟੂਕ ਮਾਤਰ ਹੀ ਕਹਿੰਦੇ ਆ। ਸੋ ਜਿਵੇਂ ਕਿਸੇ ਚੀਜ਼ ਨੂੰ ਕੋਈ ਫਸਲ ਜਿਹੜੀ ਹੈ ਉਹ ਭਲੀ ਭੂਤ ਹੁੰਦੀ ਵੇਖਣੀ ਹੋਵੇ ਤਾਂ ਉਹਦਾ ਬੀਜ ਬੀਜਣਾ ਪੈਂਦਾ। ਸੋ ਖਾਲਸਾ ਪੰਥ ਕਿਵੇਂ ਫਸਲ ਬਣਿਆ ਕਿਵੇਂ ਫਲ ਲੱਗਾ ਇਹ ਬੀਜ ਤੋਂ ਲੈ ਕਰਕੇ ਸ਼ੁਰੂਆਤ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਭਾਈ ਸਾਹਿਬ ਕਹਿੰਦੇ ਮੈਂ ਉਹ ਦੱਸਣਾ ਕਰਦਾ ਹਾਂ। ਕਿਵੇਂ ਬੀਜ ਪਾਈਦਾ ਖੇਤਾਂ ਵਿੱਚ ਕਿਵੇਂ ਫਿਰ ਉਹਨੂੰ ਪਾਲ ਪੋਸ਼ਣਾ ਕਰਦਾ ਕਿਸਾਨ। ਇਵੇਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਸਿੱਖੀ ਦਾ ਕਿਵੇਂ ਬੀਜ ਬੀਜਿਆ ਕਿਵੇਂ ਫਿਰ ਦੂਜੇ ਸਤਿਗੁਰਾਂ ਨੇ ਉਹਦੀ ਪਾਲ ਪੋਸ਼ਣਾ ਕੀਤੀ। ਇਹ ਸਾਰਾ ਕੁਝ ਸੂਖਮ ਮਾਤਰ ਵਿੱਚ ਹੀ ਦੱਸਾਂਗਾ। ਬੀਜ ਮਾਤਰ ਕਿਛ ਲਿਖਿਓ ਚਾਹੇ। ਥੋੜ੍ਹਾ ਜਿਹਾ ਟੂਕ ਮਾਤਰ ਹੀ ਮੈਂ ਭਾਈ ਸਾਹਿਬ ਕਹਿੰਦੇ ਲਿਖਦਾ ਹਾਂ। ਜਿਵੇਂ ਬਾਲਣ ਸੋ ਖੇਡ ਖਿਡਾਈ। ਜਿਵੇਂ ਬਾਲਾਂ ਦੇ ਨਾਲ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਬਚਪਨ ਦੀਆਂ ਖੇਡਾਂ ਖੇਡੀਆਂ। ਖੇਤ ਉਜਾੜੀ ਫੇਰ ਜਮਾਈ। ਉਹ ਬਾਲ ਅਵਸਥਾ ਦੇ ਵਿੱਚ ਹੀ ਪਿਤਾ ਜੀ ਨੇ ਖੇਤਾਂ ਦੇ ਵਿੱਚ ਮੱਝੀਆਂ ਚਾਰਨ ਵਾਸਤੇ ਭੇਜਿਆ ਅਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਮੱਝਾਂ ਦੇ ਮਗਰ ਗਏ। ਡੰਗਰ ਪਸ਼ੂ ਚਾਰਨ ਵਾਸਤੇ ਗਏ ਅਤੇ ਖੇਤ ਜਿਹੜੇ ਸੀ ਉਹ ਪਸ਼ੂਆਂ ਨੇ ਉਜਾੜ ਦਿੱਤੇ। ਜ਼ਿਮੀਂਦਾਰ ਨੇ ਜਾ ਕਰਕੇ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਸ਼ਿਕਾਇਤ ਕੀਤੀ ਸੀ ਰਾਏ ਬੁਲਾਰ ਕੋਲ। ਵੇਖੋ ਬਾਬੇ ਮਹਿਤੇ ਕਾਲੂ ਦੇ ਪੁੱਤਰ ਨੇ ਮੇਰੀ ਖੇਤੀ ਉਜਾੜ ਕੇ ਰੱਖ ਦਿੱਤੀ ਹੈ। ਸੋ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਤਾਂ ਬੇਪਰਵਾਹ ਸਨ। ਸੋ ਉਹਨਾਂ ਦੇ ਹੁਕਮ ਅੰਦਰ ਹੀ ਤਾਂ ਸਾਰਾ ਕੁਝ ਵਰਤ ਰਿਹਾ ਸੀ ਵਾਪਰ ਰਿਹਾ ਸੀ। ਫਿਰ ਉਹ ਜ਼ਿਮੀਂਦਾਰ ਕਚਹਿਰੀ ਆ ਕੇ ਜਦੋਂ ਰੌਲਾ ਪਾਇਆ ਮੇਰੀ ਖੇਤੀ ਉਜਾੜ ਦਿੱਤੀ ਮੱਝਾਂ ਛੱਡ ਕੇ ਬਾਬੇ ਮਹਿਤੇ ਕਾਲੂ ਦਾ ਪੁੱਤਰ ਪਤਾ ਨਹੀਂ ਕਿਸ ਮੌਜ ਦੇ ਵਿੱਚ ਹੈ ਸਾਰਾ ਹੀ ਖੇਤ ਮੇਰਾ ਥੱਲੇ ਲਾ ਦਿੱਤਾ। ਰਾਏ ਬੁਲਾਰ ਜੀ ਜਦੋਂ ਆਪ ਤਖਤ ਤੋਂ ਚੱਲ ਕਰਕੇ ਆਪਣੇ ਆਸਣ ਤੋਂ ਉੱਠ ਕੇ ਗਏ ਜਾ ਕਰਕੇ ਵੇਖਿਆ ਸੋ ਕਿਤੇ ਵੀ ਕੋਈ ਵਾੜ ਨਹੀਂ ਸੀ ਟੁੱਟੀ ਕੋਈ ਖੇਤੀ ਦਾ ਕੋਈ ਨੁਕਸਾਨ ਨਹੀਂ ਸੀ ਹੋਇਆ। ਜਿਉਂ ਦੀ ਤਿਉਂ ਖੇਤੀ ਹਰੀ ਭਰੀ ਖੜੀ ਸੀ। ਉਹ ਜ਼ਿਮੀਂਦਾਰ ਉੱਥੇ ਜੋ ਵੇਖ ਕੇ ਗਿਆ ਸੀ ਉਸ ਤੋਂ ਸਭ ਉਲਟ ਹੀ ਹੋਇਆ। ਸੋ ਬੜਾ ਸ਼ਰਮਿੰਦਾ ਹੋਇਆ। ਰਾਏ ਬੁਲਾਰ ਜੀ ਕਹਿਣ ਲੱਗੇ ਦੱਸ ਬਈ ਤੇਰੀ ਕਿਹੜੀ ਖੇਤੀ ਉਜਾੜੀ ਹੈ ਕਿਉਂ ਤੂੰ ਲਾਂਭੇ ਲਾ ਰਿਹਾ ਹੈ ਖਬਰਦਾਰ ਹੋ। ਸੋ ਰਾਏ ਬੁਲਾਰ ਹਾਕਮ ਨੇ ਤਾੜਨਾ ਕੀਤੀ ਉਸ ਜ਼ਿਮੀਂਦਾਰ ਨੂੰ ਇਸ ਤਰ੍ਹਾਂ ਅੱਗੇ ਤੋਂ ਝੂਠੀ ਸ਼ਿਕਾਇਤ ਲੈ ਕਰਕੇ ਮੇਰੀ ਕਚਹਿਰੀ ਵਿੱਚ ਨਹੀਂ ਤੂੰ ਆਉਣਾ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦਾ ਖੁਦ ਮਾਲਕ ਨੇ ਸੰਸਾਰ ਦੇ। ਇਹ ਰਾਏ ਬੁਲਾਰ ਜੀ ਭਾਈ ਸਾਹਿਬ ਕਹਿੰਦੇ ਚੰਗੀ ਤਰ੍ਹਾਂ ਜਾਣਦੇ ਸਨ। ਸੋ ਭਾਈ ਸਾਹਿਬ ਜੀ ਵੀ ਜ਼ਿਕਰ ਕਰਦੇ ਜੇ ਮੈਂ ਸਾਰੀ ਕਥਾ ਲਿਖਾਂ ਤਾਂ ਇਹਦੇ ਵਿੱਚ ਕਿਵੇਂ ਖੇਤੀਆਂ ਉਜਾੜੀਆਂ ਕਿਵੇਂ ਸੱਪਾਂ ਨੇ ਛਾਂ ਕਰਨੀ ਇਹ ਬੜਾ ਲੰਬਾ ਚੌੜਾ ਇਤਿਹਾਸ ਹੋ ਜਾਵੇਗਾ। ਸੋ ਇਸ ਕਰਕੇ ਟੂਕ ਮਾਤਰ ਹੀ ਦੱਸ ਰਿਹਾ ਹਾਂ। ਜਿਮ ਬਲਵੰਡ ਸੋ ਬਾਬਾ ਦੇਖਾ। ਜਿਵੇਂ ਰਾਏ ਬੁਲਾਰ ਰਾਜੇ ਨੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕੀਤੇ ਸਨ। ਜਦੋਂ ਸ਼ਾਮ ਕਰਤ ਸਰੂਪ ਫਣਿਓ ਸਿਉ ਪੇਖਾ। ਜਿਵੇਂ ਸੱਪ ਨੇ ਛਾਂ ਕੀਤੀ ਹੋਈ ਸੀ ਦਰਖਤ ਦਾ ਪਰਛਾਵਾਂ ਢਲ ਗਿਆ। ਹਜ਼ੂਰ ਆਰਾਮ ਫਰਮਾ ਰਹੇ ਸਨ। ਮੁੱਖ ਦੇ ਉੱਤੇ ਧੁੱਪ ਪੈ ਰਹੀ ਸੀ।
ਸੋ ਛਾਪਣੇ ਆਣ ਕਰਕੇ ਛਾਂ ਕਰਨੀ, ਫਨ ਤਾਣ ਲੈਣਾ ਕੀਤਾ। ਰਾਏ ਬੁਲਾਰ ਲੰਘ ਰਿਹਾ ਸੀ, ਉਹਨੇ ਦੇਖਿਆ ਵੀ ਇਹ ਤਾਂ ਬਾਲ ਨੂੰ ਖਾ ਗਿਆ ਹੋਵੇਗਾ, ਸੱਪ ਏਡਾ ਜ਼ਹਿਰੀ ਹੈ, ਜ਼ਹਿਰੀਲਾ ਹੈ। ਜਦ ਦੇਖਿਆ ਉਸਨੇ ਤੇ ਸੱਪ ਉੱਥੋਂ ਖਿਸਕ ਗਿਆ, ਅਲੋਪ ਹੋ ਗਿਆ। ਸੋ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਵੀ ਗਰੀਬ ਨਵਾਜ ਨੇ ਆਪਣੇ ਨੇਤਰ ਪ੍ਰਕਾਸ਼ ਕੀਤੇ। ਸੋ ਸਾਹਿਬ ਜੀ ਦੇ ਇਹ ਕੌਤਕ ਵੇਖ ਕਰਕੇ ਰਾਏ ਬੁਲਾਰ ਨੇ ਚਰਨਾਂ 'ਤੇ ਜਾ ਨਮਸਕਾਰ ਕੀਤੀ, ਮਹਾਰਾਜ ਸੱਚੇ ਪਾਤਸ਼ਾਹ ਸੋ ਤੁਸੀਂ ਤਾਂ ਖੁਦ ਸੰਸਾਰ ਦੇ ਜੀਵਾਂ ਦੇ ਰੱਖਿਅਕ ਹੋ, ਸੰਸਾਰ ਸ੍ਰਿਸ਼ਟੀ ਦੇ ਕਰਤੇ ਹੋ। ਸੋ ਇਸ ਕਰਕੇ ਜਿਹੜੇ ਸਭ ਤੋਂ ਭਿਆਨਕ ਮੰਨੇ ਹੋਏ ਨੇ, ਜਿੱਦਾਂ ਸੱਪ ਕਿੰਨਾ ਜ਼ਹਿਰੀਲਾ ਹੈ ਇਹ ਜੀਵ। ਸੋ ਜਿਹੜੇ ਜ਼ਹਿਰੀਲੇ ਜ਼ਹਿਰ ਦੇ ਭਰੇ ਹੋਏ ਜੀਵ ਵੀ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਪਾਵਨ ਮੁੱਖ ਦੇ ਉੱਤੇ ਛਾਵਾਂ ਕਰਨ, ਸੇਵਾ ਕਰਨ। ਫਿਰ ਜਿਹੜੇ ਮਨੁੱਖ ਨੇ ਉਹਨਾਂ ਦੀ ਕੀ ਤਾਕਤ ਸੀ ਵੀ ਉਹ ਗੁਰੂ ਨਾਨਕ ਸਾਹਿਬ ਜੀ ਦੇ ਅੱਗੇ ਨਾ ਝੁਕਣ, ਪਰ ਇਹ ਮਹਾਰਾਜ ਸੱਚੇ ਪਾਤਸ਼ਾਹ ਆਪਣੀ ਮੌਜ ਹੀ ਕਰਦੇ ਸਨ। ਰਾਏ ਬੁਲਾਰ ਇਹ ਕੌਤਕ ਵੇਖ ਕੇ ਮਹਾਰਾਜ ਜੀ ਦਾ ਮੁਰੀਦ ਹੀ ਹੋ ਗਿਆ, ਸੱਚੇ ਪਾਤਸ਼ਾਹ ਦੇ ਚਰਨਾਂ ਦਾ ਸੇਵਕ ਹੀ ਬਣ ਗਿਆ। ਔਰ ਅਚੰਬੇ ਕੀਤੇ ਪਏ ਹੋਰ ਵੀ ਕਈ ਅਨੇਕਾਂ ਪ੍ਰਕਾਰ ਦੇ ਕੌਤਕ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪਾਵਨ ਪਵਿੱਤਰ ਇਤਿਹਾਸ ਵਿੱਚ ਨੇ। ਸੋ ਕਈ ਤਾਂ ਆਪ ਵੇਖੇ ਨੇ ਰਾਏ ਬੁਲਾਰ ਨੇ, ਅਤੇ ਕਈ ਖਾਲਸਾ ਜੀ ਲੋਕਾਂ ਨੇ ਆਣ ਕੇ ਦੱਸਣਾ ਕੀਤੇ। ਸੁਣੇ ਰਾਏ ਕਿਛ ਅੱਖੀਂ ਦਿਖਾਏ, ਕੁਝ ਅੱਖੀਂ ਵੇਖੇ ਅਤੇ ਕੁਝ ਆਣ ਕਰਕੇ ਲੋਕਾਂ ਨੇ ਵੀ ਸੁਣਾਇਆ ਹੈ। ਜਿਮ ਕਰ ਰਾਏ ਮਨ ਪਤੀ ਆਏ, ਜਿਸ ਤਰ੍ਹਾਂ ਰਾਏ ਬੁਲਾਰ ਦਾ ਮਨ ਜਿਹੜਾ ਹੈ ਉਹ ਪਤਿਆਇਆ ਗਿਆ, ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ 'ਤੇ ਬਹੁਤ ਜ਼ਿਆਦਾ ਪ੍ਰੀਤ ਭਰੋਸਾ ਰੱਖਦਾ ਹੈ। ਸਦ ਕਰ ਨਾਨਕ ਆਦਰ ਕਰਵਾਇਓ, ਆਪਣੇ ਘਰ ਦੇ ਵਿੱਚ ਸਦ ਕਰਕੇ ਰਾਏ ਬੁਲਾਰ ਨੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਆਪਣੇ ਤਖਤ 'ਤੇ ਬਿਠਾ ਕੇ ਆਪ ਚਰਨਾਂ ਵਿੱਚ ਬਹਿ ਗਿਆ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਮੁਲਾਇਮ ਜਿਹੇ ਚਰਨ ਆਪਣੇ ਹੱਥਾਂ ਦੇ ਨਾਲ ਸਪਰਸ਼ ਕੀਤੇ, ਚਰਨ ਘੁੱਟਣ ਦੀ ਸੇਵਾ ਕੀਤੀ, ਚਰਨਾਂ 'ਤੇ ਸੀਸ ਰੱਖ ਕੇ ਬੇਨਤੀ ਕੀਤੀ, ਮਹਾਰਾਜ ਕਿਰਪਾ ਕਰਕੇ ਮੇਰਾ ਭਲਾ ਕਰੋ, ਮੈਂ ਆਪ ਜੀ ਦਾ ਸਿੱਖ ਸੇਵਕ ਹਾਂ। ਦੋਹਰਾ ਸਦ ਬਲਵੰਡ ਆਦਰ ਕੀਓ, ਪੁੱਤਰ ਭੋਏ ਦਿਓ ਸੋ ਪਾਏ। ਇਸ ਰਾਏ ਬੁਲਾਰ ਨੇ ਨਾ ਆਪਣੇ ਮਹਿਲਾਂ ਦੇ ਵਿੱਚ ਘਰ ਵਿੱਚ ਸੱਦ ਕੇ ਬੜਾ ਹੀ ਆਦਰ ਮਾਣ ਸਤਿਕਾਰ ਕੀਤਾ ਸੀ। ਸੋ ਉਹਦਾ ਰਾਏ ਭੋਏ ਉਹਦਾ ਪੁੱਤਰ ਸੀ ਰਾਏ ਬੁਲਾਰ ਦਾ, ਉਹ ਵੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਅੱਗੇ ਅਰਪਣ ਕਰ ਦਿੱਤਾ, ਗਰੀਬ ਨਵਾਜ ਇਹਦੇ 'ਤੇ ਵੀ ਕਿਰਪਾ ਕਰੋ। ਸੋ ਇਹ ਤੁਹਾਡੀ ਬਖਸ਼ਿਸ਼ ਹੈ, ਇਹਨੂੰ ਵੀ ਆਪਣੇ ਚਰਨੀ ਲਾ ਲਵੋ, ਇਹਦੇ 'ਤੇ ਵੀ ਮਹਾਰਾਜ ਬੇਅੰਤ ਬਖਸ਼ਿਸ਼ਾਂ ਕਰੋ। ਅੰਦਰ ਬਾਹਰ ਸਤਰਮਦ ਨਾਨਕ ਖੇਡੇ ਧਹਾਏ, ਅਤੇ ਹੁਕਮ ਕਰ ਦਿੱਤਾ ਆਪਣੇ ਨੌਕਰਾਂ ਚਾਕਰਾਂ ਨੂੰ, ਕਿਉਂਕਿ ਕਈ ਵਾਰ ਰਾਜਿਆਂ ਮਹਾਰਾਜਿਆਂ ਬਾਦਸ਼ਾਹਾਂ ਦੇ ਘਰਾਂ ਦੇ ਵਿੱਚ, ਵੱਡੇ ਘਰਾਂ 'ਚ ਪਾਬੰਦੀਆਂ ਹੁੰਦੀਆਂ, ਇੱਧਰ ਜਾਣਾ ਇੱਧਰ ਨਹੀਂ ਜਾਣਾ। ਪਰ ਰਾਏ ਬੁਲਾਰ ਨੇ ਸਾਰੀਆਂ ਹੀ ਪਾਬੰਦੀਆਂ ਧੰਨ ਗੁਰੂ ਨਾਨਕ ਸਾਹਿਬ ਜੀ 'ਤੇ ਖ਼ਤਮ ਹੀ ਕਰ ਦਿੱਤੀਆਂ, ਕੋਈ ਨਹੀਂ ਰੱਖੀਆਂ ਵੀ ਇਹ ਤਾਂ ਸਾਡੇ ਮਾਲਕ ਨੇ, ਜਿੱਥੇ ਇਹਨਾਂ ਦੇ ਮਨ ਦੀ ਮੌਜ ਹੋਵੇ, ਜਿੱਥੇ ਇਹਨਾਂ ਦਾ ਦਿਲ ਕਰੇ ਚੋਜ ਹੋਵੇ, ਉੱਥੇ ਹੀ ਇਹ ਖੇਡਣ। ਸੋ ਸਾਡੇ ਪੁੱਤਰ ਰਾਏ ਭੋਏ 'ਤੇ ਵੀ ਕਿਰਪਾ ਕਰਨ, ਸੋ ਇਹਨਾਂ ਨੂੰ ਆਪਣਾ ਸਾਥੀ ਬਣਾ ਕੇ ਆਪਣਾ ਸਿੱਖ ਸੇਵਕ ਬਣਾ ਲੈਣ। ਸਿਉਂ ਰਾਏ ਬੁਲਾਰ ਦਾ ਬੜਾ ਪਿਆਰ ਸੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ 'ਤੇ, ਬੜੀ ਸ਼ਰਧਾ, ਬੜਾ ਭਰੋਸਾ, ਬੜੀ ਸਤਿਗੁਰਾਂ ਦੇ ਨਾਲ ਉਹਦੀ ਪ੍ਰੀਤ ਸੀ। ਬਚਪਨ ਤੋਂ ਹੀ ਰਾਏ ਬੁਲਾਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਬਾਲ ਅਵਸਥਾ 'ਚ ਸੀ, ਅਤੇ ਰਾਏ ਬੁਲਾਰ ਰਾਜਾ ਗੁਰੂ ਸਾਹਿਬ ਜੀ ਦਾ ਸੇਵਕ ਬਣ ਗਿਆ ਸੀ। ਇਸ ਕਰਕੇ ਕੈਪਟਨ ਮਰੇ ਗੁਰੂ ਨਾਨਕ ਸਾਹਿਬ ਜੀ ਦੇ ਤਾਂ ਬੜੇ ਬੇਅੰਤੀ ਕੌਤਕ ਨੇ, ਉਹ ਕਹਿਣ ਕਥਨ ਤੋਂ ਪਰੇ ਹੀ ਨੇ, ਕਿਹੜੇ ਕਿਹੜੇ ਕਥਨ ਕਰਕੇ ਮੈਂ ਦੱਸਾਂ। ਸੋ ਇਸ ਤੋਂ ਅੱਗੇ ਆਪਾਂ ਕੱਲ੍ਹ ਦੇ ਦੀਵਾਨ 'ਚ ਸਰਵਣ ਕਰਾਂਗੇ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਹੋਰ ਕੀ ਕੀ ਕੀਤਾ, ਕਿਹੜੇ ਕਿਹੜੇ ਕੌਤਕ ਹੋਏ, ਅੱਗੇ ਵਿਆਹ ਦਾ ਪ੍ਰਸੰਗ ਚੱਲੇਗਾ, ਕਿਵੇਂ ਮਹਾਰਾਜ ਨੇ ਮੋਦੀਖਾਨਾ ਕੀਤਾ, ਉਹ ਸਾਰਾ ਹੀ ਆਵੇਗਾ। ਸਰਵਣ ਕਰਨ ਦਾ ਯਤਨ ਕਰਾਂਗੇ। ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।